ਜਨਮ ਤੋਂ ਲੈ ਕੇ ਮਰਨ ਤੱਕ ਆਪਾਂ ਸਾਰੇ ਆਪਣੀ ਜ਼ਿੰਦਗੀ ਦੀ ਕਹਾਣੀ ਵਿੱਚ ਵੱਧ ਤੋਂ ਵੱਧ ਸਫਲਤਾ ਤੇ ਖੁਸ਼ੀਆਂ ਲਿਖਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਭੱਜ ਦੌੜ ਵਿੱਚ ਆਪਾਂ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਵੀ ਯਾਦ ਕਰਨਾ ਭੁੱਲ ਜਾਂਦੇ ਹਾਂ ਜਿਨ੍ਹਾਂ ਦਾ ਸਦਕਾ ਆਪਾਂ ਨੂੰ ਆਪਣੀ ਕਹਾਣੀ, ਆਪਣੀ ਕਿਸਮਤ ਆਪ ਲਿਖਣ ਦਾ ਮੌਕਾ ਮਿਲਿਆ ਹੈ। ਸੋ ਉਹਨਾਂ ਮਹਾਨ ਸੂਰਮਿਆਂ ਚੋਂ ਇੱਕ ਦੀ ਯਾਦ ਅੱਜ ਆਪਾਂ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ। ਹਾਂਜੀ, ਬਿਲਕੁਲ ਠੀਕ ਪੜਿਆ ਤੁਸੀਂ ਥੰਬਨੇਲ ਵਿੱਚ। ਅੱਜ ਗੱਲ ਕਰਾਂਗੇ ਸ਼ਹੀਦ ਸਰਦਾਰ ਊਧਮ ਸਿੰਘ ਜੰਮੂ ਦੀ। ਸਰਦਾਰ ਊਧਮ ਸਿੰਘ ਜੰਮੂ ਦਾ ਨਾਮ ਤਾਂ ਹਰ ਪੰਜਾਬੀ ਦੇ ਦਿਲ ਵਿੱਚ ਵਸਿਆ ਹੋਇਆ ਹੈ, ਪਰ ਫਿਰ ਵੀ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਬਹੁਤੇ ਲੋਕ ਜਾਂ ਤਾਂ ਜਾਣਦੇ ਹੀ ਨਹੀਂ ਤੇ ਜਾਂ ਫਿਰ ਉਸ ਜਾਣਕਾਰੀ ਨੂੰ ਦਰੁਸਤ ਕਰਨ ਦੀ ਲੋੜ ਹੈ। ਫੋਰ ਐਗਜ਼ਾਮਪਲ, ਆਪਾਂ ਸਾਰੇ ਯਾਦ ਕਰਦੇ ਹਾਂ ਕਿ ਸਰਦਾਰ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਹੱਤਿਆਕਾਂਡ ਦੇ ਮੌਕੇ ਫੌਜ ਦੀ ਅਗਵਾਈ ਕਰਨ ਵਾਲੇ ਜਨਰਲ ਡਾਇਰ ਨੂੰ ਗੋਲੀ ਮਾਰ ਕੇ ਇਸ ਹੱਤਿਆਕਾਂਡ ਦਾ ਬਦਲਾ ਲਿਆ ਸੀ। ਪਰ ਅਸਲ ਗੱਲ ਇਹ ਹੈ ਕਿ ਸਰਦਾਰ ਊਧਮ ਸਿੰਘ ਨੇ ਕਦੀ ਜਨਰਲ ਡਾਇਰ ਨੂੰ ਗੋਲੀ ਮਾਰੀ ਹੀ ਨਹੀਂ। ਜਾਂ ਫਿਰ ਕੀ ਤੁਸੀਂ ਇਹ ਜਾਣਦੇ ਹੋ ਕਿ ਸਰਦਾਰ ਊਧਮ ਸਿੰਘ ਨੇ ਬਤੌਰ ਐਕਟਰ ਹਾਲੀਵੁੱਡ ਫਿਲਮਾਂ 'ਚ ਕੰਮ ਵੀ ਕੀਤਾ ਹੈ? ਇਸ ਤਰ੍ਹਾਂ ਦੀਆਂ ਕਈ ਡੂੰਘੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਬਟ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਿੱਖ ਇਤਿਹਾਸ ਨਾਲ ਜੁੜੇ ਸ਼ਾਨਦਾਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ, ਕਿਉਂਕਿ ਸਰਕਾਰਾਂ ਤਾਂ ਇਹ ਚਾਹੁੰਦੀਆਂ ਹੀ ਨਹੀਂ ਕਿ ਸਕੂਲੀ ਸਿੱਖਿਆ ਰਹੀ ਇਹ ਮਾਨਯੋਗ ਇਤਿਹਾਸ ਸਾਡੀ ਅਗਲੀ ਪੀੜ੍ਹੀ ਤੱਕ ਪਹੁੰਚ ਸਕੇ। ਸੋ ਇਹ ਜ਼ਿੰਮੇਵਾਰੀ ਸਾਨੂੰ ਆਪ ਨੂੰ ਹੀ ਚੁੱਕਣੀ ਪਊਗੀ। ਇਸ ਵੀਡੀਓ ਵਿੱਚ ਸ਼ੇਅਰ ਕੀਤੀ ਗਈ ਸਾਰੀ ਜਾਣਕਾਰੀ ਬ੍ਰਿਟਿਸ਼ CID ਤੇ ਲੋਕਲ ਪੁਲਿਸ ਦੀ ਤਿਆਰ ਕੀਤੀ ਗਈ ਰਿਪੋਰਟ ਤੇ ਸਰਦਾਰ ਊਧਮ ਸਿੰਘ ਦੇ ਕੋਰਟ ਵਿੱਚ ਦਿੱਤੇ ਗਏ 24 ਮਿੰਟਾਂ ਦੇ ਭਾਸ਼ਣ ਤੇ ਆਧਾਰਿਤ ਹੈ। ਫਾਂਸੀ ਦਾ ਫੈਸਲਾ ਸੁਣਾਉਣ ਦੇ ਨਾਲ ਕੋਰਟ ਨੇ ਅਗਲੇ 100 ਸਾਲਾਂ ਤੱਕ ਇਨ੍ਹਾਂ ਫਾਈਲਸ ਨੂੰ ਗੁਪਤ ਰੱਖਣ ਦਾ ਆਰਡਰ ਦਿੱਤਾ ਸੀ। ਪਰ ਵਰਤਮਾਨ 'ਚ ਬ੍ਰਿਟਿਸ਼ ਸੰਸਦ 'ਚ ਪਹੁੰਚੇ ਇੰਡੀਅਨ MPs ਦੀ ਅਪਰੋਚ ਨਾਲ 2019 ਵਿੱਚ 1700 ਪੇਜਾਂ ਦੀਆਂ ਇਹ ਫਾਈਲਾਂ ਪਬਲਿਕ ਕਰ ਦਿੱਤੀਆਂ ਗਈਆਂ। ਨਾਲ ਹੀ ਇਸ ਵੀਡੀਓ ਨੂੰ ਬਣਾਉਣ ਵਿੱਚ ਸਰਦਾਰ ਊਧਮ ਸਿੰਘ ਤੇ ਲਿਖੀਆਂ ਕਈ ਬੁੱਕਸ ਦੀ ਵੀ ਵਰਤੋਂ ਕੀਤੀ ਗਈ ਹੈ। ਤੇ ਆਓ ਹੁਣ ਆਪਾਂ ਆਪਣੀ ਸੁਰਤ ਨੂੰ 1919 ਦੇ ਪੰਜਾਬ ਲਿਜਾ ਕੇ ਉੱਥੋਂ ਦੇ ਮਾਹੌਲ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਸ ਸਮੇਂ ਅੰਗਰੇਜ਼ਾਂ ਨੇ ਪਹਿਲੀ ਵਿਸ਼ਵ ਜੰਗ ਹਜੇ ਤਾਜੀ ਜਿੱਤੀ ਸੀ। ਜੰਗ ਦੇ ਖਰਚਿਆਂ ਦੀ ਭਰਪਾਈ ਲਈ ਉਹਨਾਂ ਇੰਡੀਅਨਸ ਤੇ ਤਸ਼ੱਦਦ ਬਹੁਤ ਜ਼ਿਆਦਾ ਵਧਾ ਦਿੱਤੀ ਸੀ। ਰੋਲਟ ਐਕਟ ਤੇ ਸਾਈਮਨ ਕਮਿਸ਼ਨ ਵਰਗੇ ਕਈ ਕਾਲੇ ਕਾਨੂੰਨ ਲਾਗੂ ਕਰ ਦਿੱਤੇ ਸੀ। ਇਹਨਾਂ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ 13 ਅਪ੍ਰੈਲ 1919 ਦੀ ਵਿਸਾਖੀ ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਇੱਕ ਵੱਡੀ ਜਨ ਸਭਾ ਨੂੰ ਬੁਲਾਇਆ ਗਿਆ ਸੀ। ਉਸ ਸਮੇਂ ਪੰਜਾਬ ਦਾ ਗਵਰਨਰ ਸੀ ਸਰ ਮਾਈਕਲ ਐਡਵਾਇਰ ਤੇ ਫੌਜ ਦਾ ਮੁਖੀ ਸੀ ਲੈਫਟੀਨੈਂਟ ਜਨਰਲ ਡਾਇਰ। ਗਵਰਨਰ ਐਡਵਾਇਰ ਦੇ ਹੁਕਮ ਨਾਲ ਜਨਰਲ ਡਾਇਰ ਉੱਥੇ 50 ਹਥਿਆਰਬੰਦ ਫੌਜੀਆਂ ਦੀ ਟੁਕੜੀ ਲੈ ਕੇ ਪਹੁੰਚ ਗਿਆ ਤੇ ਉਸਨੇ ਬਿਨਾਂ ਕਿਸੇ ਵਾਰਨਿੰਗ ਦੇ ਨਿਰਦੋਸ਼ ਭੀੜ ਤੇ ਫਾਇਰ ਕਰਨ ਦਾ ਹੁਕਮ ਦੇ ਦਿੱਤਾ। ਉਸ ਦੌਰਾਨ 15 ਮਿੰਟਾਂ ਵਿੱਚ 1650 ਤੋਂ ਵੀ ਵੱਧ ਫਾਇਰ ਕੀਤੇ ਗਏ ਤੇ ਇਹਨਾਂ ਖੂਨੀ 15 ਮਿੰਟਾਂ ਵਿੱਚ 1300 ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਜਿਨ੍ਹਾਂ ਚੋਂ 799 ਸਿੱਖ ਤੇ 512 ਹਿੰਦੂ ਤੇ ਮੁਸਲਮਾਨ ਸਨ। ਕਿਉਂਕਿ ਉਸ ਦਿਨ ਗਰਮੀ ਬਹੁਤ ਸੀ, ਇਸ ਲਈ ਜਦੋਂ ਸਭਾ ਚੱਲ ਰਹੀ ਸੀ ਤਾਂ ਬਾਗ ਦੇ ਬਾਹਰ ਯਤੀਮ ਘਰ ਦੇ ਕੁਝ ਬੱਚੇ ਪਾਣੀ ਪੀਉਣ ਦੀ ਸੇਵਾ ਕਰ ਰਹੇ ਸਨ। ਇਹਨਾਂ ਚੋਂ ਹੀ ਇੱਕ ਸਨ ਸਰਦਾਰ ਊਧਮ ਸਿੰਘ ਜੀ। ਸਰਦਾਰ ਊਧਮ ਸਿੰਘ ਨੇ ਫੌਜ ਦਾ ਅੰਦਰ ਦਾਖਲ ਹੋਣਾ, ਗੋਲੀਆਂ ਦੀ ਆਵਾਜ਼ ਤੇ ਭੀੜ ਦੀਆਂ ਚੀਕਾਂ ਸਭ ਆਪ ਦੇਖਿਆ ਸੁਣਿਆ ਸੀ। ਸਾਕੇ ਤੋਂ ਬਾਅਦ ਜਦੋਂ ਅੰਦਰ ਗਏ ਤਾਂ ਉਹਨਾਂ ਨੇ ਲਾਸ਼ਾਂ ਦੇ ਢੇਰ, ਲਹੂ ਦੇ ਛੱਪੜ ਤੇ ਲਾਸ਼ਾਂ ਨਾਲ ਭਰਿਆ ਖੂਹ ਆਪਣੀ ਅੱਖੀ ਵੇਖੇ। ਲੋਥਾਂ ਨੂੰ ਟਿਕਾਣੇ ਲਾਉਣ ਵਿੱਚ, ਜ਼ਖਮੀਆਂ ਨੂੰ ਹਸਪਤਾਲ ਲਿਜਾਣ ਤੇ ਲਿਆਉਣ ਦੀ ਸੇਵਾ ਉਹਨਾਂ ਕਈ ਦਿਨਾਂ ਤੱਕ ਕੀਤੀ। ਇਸ ਤਰ੍ਹਾਂ ਇਹ ਖੂਨੀ ਸਾਕਾ ਉਹਨਾਂ ਦੇ ਦਿਲੋਂ ਦਿਮਾਗ ਵਿੱਚ ਛਪ ਗਿਆ ਸੀ। ਗੁਲਾਮ ਭਾਰਤ 'ਚ ਸਾਡੇ ਲੋਕ ਕਿਸ ਤਰ੍ਹਾਂ ਦੀ ਦੱਬੀ ਹੋਈ ਜ਼ਿੰਦਗੀ ਜੀ ਰਹੇ ਸਨ, ਇਹ ਸਭ ਤੁਹਾਨੂੰ 14 ਅਪ੍ਰੈਲ ਦੀਆਂ ਘਟਨਾਵਾਂ ਤੋਂ ਹੋਰ ਜ਼ਿਆਦਾ ਕਲੀਅਰ ਹੋ ਜਾਊਗਾ। ਇੱਕੋ ਦਿਨ ਵਿੱਚ ਬਿਨਾਂ ਕਿਸੇ ਕਾਰਨ ਤੋਂ ਸੈਂਕੜੇ ਲੋਕਾਂ ਨੂੰ ਸ਼ਹੀਦ ਕਰ ਦੇਣਾ ਕੋਈ ਛੋਟੀ ਗੱਲ ਨਹੀਂ ਸੀ। ਸੋ ਇਸ ਦੇ ਰੋਸ ਵਜੋਂ ਅੰਮ੍ਰਿਤਸਰ ਦੇ ਵਪਾਰੀ ਤੇ ਦੁਕਾਨਦਾਰ ਜਥੇਬੰਦੀਆਂ ਨੇ ਇੱਕ ਦਿਨ ਦੇ ਬਾਜ਼ਾਰ ਬੰਦ ਦਾ ਐਲਾਨ ਕੀਤਾ। ਉਸ ਸਮੇਂ ਅੰਮ੍ਰਿਤਸਰ ਦਾ ਕਮਿਸ਼ਨਰ ਹੁੰਦਾ ਸੀ ਮਿਸਟਰ ਕਿਚਨ। ਉਸਨੇ SSP ਰਹੀਮ ਪਰਿਆਰ ਰਾਹੀਂ ਵਪਾਰੀਆਂ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਦਫ਼ਤਰ ਆਓ। ਜੋ ਕੁਝ ਹੋ ਗਿਆ ਉਹ ਕਿਸੇ ਦੂਸਰੇ ਬੇਦਿਮਾਗੀ ਅਫਸਰ ਦੀ ਕਰਤੂਤ ਸੀ। ਮੈਂ ਤੁਹਾਡੇ ਨਾਲ ਹਾਂ, ਆਪਾਂ ਹੁਣ ਸ਼ਹਿਰ ਦਾ ਮਾਹੌਲ ਹੋਰ ਜ਼ਿਆਦਾ ਨਹੀਂ ਵਿਗਾੜਨਾ। ਭੋਲੇ ਪੰਜਾਬੀ ਬੜੀ ਛੇਤੀ ਕਿਸੇ ਤੇ ਭਰੋਸਾ ਕਰ ਲੈਂਦੇ ਹਨ। ਉਹ ਇਹ ਨਹੀਂ ਸਮਝ ਪਾਏ ਕਿ ਇਸ ਵਿੱਚ ਵੀ ਗੋਰਿਆਂ ਦੀ ਕੋਈ ਚਾਲ ਹੋ ਸਕਦੀ ਹੈ। ਜਦ ਇਹ ਵਪਾਰੀ ਉੱਥੇ ਪਹੁੰਚ ਕੇ ਕਮਿਸ਼ਨਰ ਦੇ ਆਉਣ ਦੀ ਉਡੀਕ ਕਰ ਰਹੇ ਸਨ ਤਾਂ ਕਮਿਸ਼ਨਰ ਦੀ ਥਾਂ ਉੱਥੇ ਡਾਇਰ ਆਪਣੀ ਫੌਜੀ ਟੁਕੜੀ ਲੈ ਕੇ ਪਹੁੰਚ ਗਿਆ। ਉਸ ਨੇ ਵਪਾਰੀਆਂ ਨੂੰ ਕਿਹਾ ਕਿ ਮੈਂ ਫੌਜੀ ਹਾਂ, ਮੇਰਾ ਕੰਮ ਹੀ ਜੰਗ ਲੜਨਾ ਹੈ, ਪਰ ਮੈਂ ਫਿਰ ਵੀ ਇੱਥੇ ਸ਼ਾਂਤੀ ਕਾਇਮ ਕਰਨ ਆਇਆ ਹਾਂ। ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸ਼ਾਂਤੀ ਹੀ ਬਣੀ ਰਹੇ ਤਾਂ ਕੋਈ ਸਮਝੌਤਾ ਨਹੀਂ, ਕੋਈ ਗੱਲਬਾਤ ਨਹੀਂ, ਚੁੱਪਚਾਪ ਇੱਥੋਂ ਨਿਕਲੋ ਤੇ ਜਾ ਕੇ ਆਪਣੀਆਂ ਦੁਕਾਨਾਂ ਖੋਲੋ, ਨਹੀਂ ਤਾਂ ਫਿਰ ਮੈਂ ਕੰਮ ਕਰਾਉਣ ਦੇ ਦੂਸਰੇ ਤਰੀਕੇ ਵੀ ਜਾਣਦਾ ਹਾਂ। ਮੈਂ ਦੁਪਹਿਰ ਬਾਅਦ ਆ ਕੇ ਬਾਜ਼ਾਰ ਵਿੱਚ ਗੇੜਾ ਮਾਰੂੰਗਾ ਤੇ ਜੇ ਮੈਨੂੰ ਕੋਈ ਦੁਕਾਨ ਬੰਦ ਮਿਲੀ ਤਾਂ ਫਿਰ ਨਾ ਉਹ ਦੁਕਾਨ ਖੁੱਲ੍ਹਣ ਲਾਇਕ ਰਹੂਗੀ ਤੇ ਨਾ ਉਸ ਦਾ ਦੁਕਾਨਦਾਰ ਨੂੰ ਖੋਲ੍ਹਣ ਜੋਗਾ। ਹੁਣ ਫੌਜ ਨਾਲ ਅੱਡਾ ਲੈਣਾ ਆਮ ਪਬਲਿਕ ਦੇ ਵੱਸ ਦੀ ਕਿੱਥੇ ਹੋ ਸਕਦੀ ਹੈ, ਇਸ ਲਈ ਫਿਰ ਵਿਚਾਰਿਆਂ ਨੂੰ ਨਾ ਚਾਹੁੰਦੇ ਹੋਏ ਵੀ ਚੁੱਪਚਾਪ ਜਾ ਕੇ ਦੁਕਾਨਾਂ ਖੋਲ੍ਹਣੀਆਂ ਪਈਆਂ।
ਇਸ ਤੋਂ ਇਲਾਵਾ 14 ਅਪ੍ਰੈਲ ਨੂੰ ਜ਼ੁਲਮ ਦੀ ਇੰਤਹਾ ਕਰਨ ਵਾਲੀ ਇੱਕ ਹੋਰ ਘਟਨਾ ਵਾਪਰੀ। ਇੱਕ ਗੋਰੀ ਬੀਬੀ ਜਿਸ ਦਾ ਨਾਮ ਸੀ ਮਿਸ ਸ਼ੇਰਹੁੱਡ ਬਾਜ਼ਾਰ ਚੋਂ ਲੰਘ ਰਹੀ ਸੀ ਕਿ ਅਚਾਨਕ ਗੋਲੀ ਦੀ ਆਵਾਜ਼ ਸੁਣ ਕੇ ਬਾਜ਼ਾਰ ਵਿੱਚ ਚਾਰੇ ਪਾਸੇ ਭਗਦੜ ਮਚ ਗਈ। ਭਗਦੜ ਵਿੱਚੋਂ ਡਿੱਗ ਪਈ। ਉਸਨੇ ਸੋਚਿਆ ਕਿ ਜੇ ਮੈਂ ਹੁਣ ਖੜੀ ਹੋ ਕੇ ਭੱਜੀ ਤਾਂ ਰੋਸ ਵਿੱਚ ਆਈ ਭੀੜ ਨੇ ਮੈਨੂੰ ਹੀ ਮਾਰ ਦੇਣਾ ਹੈ। ਇਸ ਲਈ ਫਿਰ ਉਹ ਜਿੱਥੇ ਡਿੱਗੀ ਸੀ ਉੱਥੋਂ ਕੂਣੀਆਂ ਦੇ ਸਹਾਰੇ ਰੇਂਗ ਕੇ ਆਪਣੇ ਘਰ ਵੱਲ ਵਧੀ। ਇਹ 13 ਅਪ੍ਰੈਲ ਦੀ ਘਟਨਾ ਜਦੋਂ ਉਸਨੇ ਅਗਲੇ ਦਿਨ ਜਨਰਲ ਡਾਇਰ ਨੂੰ ਦੱਸੀ ਤਾਂ ਉਹ ਗੁੱਸੇ ਨਾਲ ਲਾਲ ਹੋ ਗਿਆ। ਉਸਨੇ ਕਿਹਾ ਕਿ ਦੁਨੀਆ ਤੇ ਰਾਜ ਕਰਨ ਵਾਲੇ ਇੰਗਲੈਂਡ ਦੀ ਵਸਨੀਕ ਨੂੰ ਆਪਣੀ ਗੁਲਾਮ ਕੀਤੀ ਧਰਤੀ ਤੇ ਰੇਂਗਣਾ ਪਿਆ। ਐਲਾਨ ਕਰ ਦਿੱਤਾ ਗਿਆ ਕਿ ਅੱਜ ਤੋਂ 1 ਮਹੀਨੇ ਤੱਕ ਜੋ ਕੋਈ ਵੀ ਇਸ ਗਲੀ ਚੋਂ ਲੰਘੂਗਾ ਉਸ ਨੂੰ ਰੇਂਗ ਕੇ ਹੀ ਲੰਘਣਾ ਪਊਗਾ। ਇਹ ਗਲੀ ਹਲ ਬਾਜ਼ਾਰ ਦੇ ਇਲਾਕੇ ਦਾ ਇੱਕ ਪੋਸ਼ ਏਰੀਆ ਸੀ ਜਿੱਥੇ ਅੰਗਰੇਜ਼ ਅਫਸਰ ਤੇ ਹਾਈ ਕਲਾਸ ਇੰਡੀਅਨ ਲੋਕ ਹੀ ਰਹਿੰਦੇ। ਇਸੇ ਗਲੀ ਵਿੱਚ ਹੀ ਲਾਭਚੰਦ ਤੇ ਰਾਮਨਾਥ ਨਾਮ ਦੇ 2 ਵੱਡੇ ਸ਼ਰਾਬ ਦੇ ਵਪਾਰੀ ਰਹਿੰਦੇ ਸਨ। ਇਹ ਆਪਣੇ ਆਪ ਨੂੰ ਬ੍ਰਿਟਿਸ਼ ਰਾਜ ਵਿੱਚ ਬੜਾ ਖਾਸ ਮੰਨਦੇ ਸਨ ਕਿਉਂਕਿ ਵਰਲਡ ਵਾਰ ਫਸਟ ਦੇ ਟਾਈਮ ਇਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਉਹਨਾਂ ਵੇਲਿਆਂ ਵਿੱਚ 25,000 ਰੁਪਏ ਦਾ ਫੰਡ ਦਿੱਤਾ ਸੀ। ਕਮਿਸ਼ਨਰ ਮਿਸਟਰ ਕਿਚਨ ਨੇ ਇਹਨਾਂ ਨੂੰ ਸਭ ਦੇ ਸਾਹਮਣੇ ਸਟੇਜ ਤੇ ਜੱਫੀ ਵੀ ਪਾਈ ਸੀ ਤੇ ਇੱਕ ਅਵਾਰਡ ਦੇ ਕੇ ਸਨਮਾਨਿਤ ਵੀ ਕੀਤਾ ਸੀ। ਇਹ ਦੋਵੇਂ ਹੀ ਬੜਾ ਬਣ ਠਣ ਕੇ ਅਵਾਰਡ ਹੱਥ ਵਿੱਚ ਫੜ ਕੇ ਘਰੋਂ ਬਾਹਰ ਨਿਕਲੇ ਵੀ ਸਾਨੂੰ ਕੌਣ ਰੋਕਣ ਵਾਲਾ ਹੈ, ਅਸੀਂ ਤਾਂ ਹਕੂਮਤ ਦੇ ਨਾਲ ਸਾਂਠ-ਗਾਂਠ ਰੱਖਦੇ ਹਾਂ। ਪਰ ਇਹ ਦੋਵੇਂ ਬਾਹਰ ਨਿਕਲ ਕੇ ਹਜੇ ਕੁਝ ਕਦਮ ਹੀ ਤੁਰੇ ਸਨ ਕਿ ਇਹਨਾਂ ਨੂੰ ਰੋਕ ਲਿਆ ਗਿਆ। ਕਈ ਚਿਰ ਆਪਣੇ ਰੁਤਬੇ ਦੀਆਂ ਸ਼ੇਖੀਆਂ ਮਾਰਨ ਤੋਂ ਬਾਅਦ ਵੀ ਜਦੋਂ ਪੁਲਿਸ ਨਹੀਂ ਮੰਨੀ ਤਾਂ ਆਖਿਰਕਾਰ ਜਦੋਂ ਖੜਿਆਂ ਦੀ ਢੂਈ ਵਿੱਚ ਡੰਡੇ ਠੁਕੇ ਤਾਂ ਚੁੱਪਚਾਪ ਉੱਥੋਂ ਰੇਂਗਦੇ ਹੋਏ ਨਿਕਲ ਗਏ। ਇਸੇ ਲਈ ਹੀ ਕਿਹਾ ਜਾਂਦਾ ਹੈ ਕਿ ਦੇਸ਼ ਨਾਲ ਗੱਦਾਰੀ ਕਰਕੇ ਭਾਵੇਂ ਤੁਸੀਂ ਗੁਲਾਮੀ ਦੇ ਸਿਖਰ ਤੱਕ ਹੀ ਕਿਉਂ ਨਾ ਪਹੁੰਚ ਜਾਓ ਪਰ ਜੁੱਤੀਆਂ ਚੱਟਣ ਵਾਲੇ ਨੂੰ ਕਦੇ ਇੱਜ਼ਤ ਨਹੀਂ ਮਿਲਦੀ। ਇਹਨਾਂ ਸਾਰੇ ਵਾਕਿਆਂ 'ਚੋਂ ਕੁਝ ਊਧਮ ਸਿੰਘ ਨੇ ਅੱਖੀਂ ਵੇਖੇ ਤੇ ਕੁਝ ਲੋਕਾਂ ਰਾਹੀਂ ਉਹਨਾਂ ਤੱਕ ਪਹੁੰਚੇ ਜਿਸ ਨਾਲ ਹੌਲੀ-ਹੌਲੀ ਕਰਦਿਆਂ ਉਹਨਾਂ ਦੇ ਮਨ ਵਿੱਚ ਗੋਰੀ ਸਰਕਾਰ ਲਈ ਰੋਸ ਵੱਧਦਾ ਰਿਹਾ ਤੇ ਉਹਨਾਂ ਆਪਣੇ ਨਾਲ ਹੋਏ ਇਸ ਜ਼ੁਲਮ ਦਾ ਬਦਲਾ ਲੈਣ ਨੂੰ ਹੀ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਲਕਸ਼ ਬਣਾ ਲਿਆ। ਹੁਣ ਤੁਸੀਂ ਸੋਚਦੇ ਹੋਣੇ ਕਿ ਜਨਰਲ ਡਾਇਰ ਹੈ ਤਾਂ ਇੱਕ ਫੌਜੀ ਅਫਸਰ ਹੀ ਸੀ, ਫਿਰ ਉਸ ਨੂੰ ਆਖਿਰ ਕਾਨੂੰਨ ਤੋਂ ਵੀ ਬਾਹਰ ਜਾ ਕੇ ਜ਼ੁਲਮ ਕਰਨ ਦੀ ਇੰਨੀ ਛੂਟ ਕਿਵੇਂ ਮਿਲੀ ਹੋਈ ਸੀ। ਅਸਲ ਵਿੱਚ ਜਨਰਲ ਡਾਇਰ ਪੰਜਾਬ ਦੇ ਗਵਰਨਰ ਮਾਈਕਲ ਐਡਵਾਇਰ ਦਾ ਖਾਸ ਬੰਦਾ ਸੀ ਤੇ ਉਸ ਦੀ ਦਿੱਤੀ ਸ਼ਹਿ ਨਾਲ ਹੀ ਉਹ ਇੰਨਾ ਜ਼ਿਆਦਾ ਵਿਗੜਿਆ ਹੋਇਆ ਸੀ ਤੇ ਆਪਣੀਆਂ ਮਨਮਰਜ਼ੀਆਂ ਕਰਦਾ ਸੀ। ਇਸ ਲਈ ਜਲਿਆਂਵਾਲਾ ਬਾਗ ਸਾਕੇ ਲਈ ਜਿੰਨਾ ਜਨਰਲ ਡਾਇਰ ਦੋਸ਼ੀ ਸੀ ਉਨਾ ਹੀ ਰੋਲ ਇਸ ਕੰਮ ਵਿੱਚ ਗਵਰਨਰ ਮਾਈਕਲ ਐਡਵਾਇਰ ਦਾ ਵੀ ਸੀ। ਵੀਡੀਓ ਦੇਖ ਰਹੇ ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਜਦੋਂ ਤੁਸੀਂ ਵੀਡੀਓ ਨੂੰ ਐਂਡ ਤੱਕ ਪੂਰਾ ਦੇਖਦੇ ਹੋ, ਲਾਈਕ ਕਰਕੇ ਕਮੈਂਟ ਕਰਦੇ ਹੋ ਤੇ ਇਸ ਨੂੰ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਆਡੀਅנס ਨੂੰ ਵੀਡੀਓ ਪਸੰਦ ਆ ਰਿਹਾ ਹੈ, ਵੀਡੀਓ ਵਧੀਆ ਹੈ। YouTube ਇਹ ਸਾਰਾ ਕੁਝ ਟਰੈਕ ਕਰਦਾ ਹੈ ਤੇ ਜਿਹੜੇ ਵੀਡੀਓਜ਼ 'ਚ ਆਡੀਅנס ਦਾ ਰਿਸਪੌਂਸ ਵਧੀਆ ਹੁੰਦਾ ਹੈ ਉਹਨਾਂ ਵੀਡੀਓਜ਼ ਨੂੰ ਫਿਰ YouTube ਆਪ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਂਦਾ ਹੈ। ਸੋ ਤੁਹਾਡੇ ਕੋਲ ਆਪਣੇ ਸ਼ਹੀਦਾਂ ਦੀ ਵਿਰਾਸਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਮੁਹਿੰਮ ਵਿੱਚ ਹਿੱਸਾ ਪਾਉਣ ਦਾ ਮੌਕਾ ਹੈ। ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ ਤੇ ਅੱਗੇ ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਜ਼ਰੂਰ ਕਰਿਓ। ਹੁਣ ਸਰਦਾਰ ਊਧਮ ਸਿੰਘ ਦੇ ਮਹਾਨ ਕਾਰਜਾਂ ਵਾਲੇ ਜੀਵਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਉਹਨਾਂ ਦੇ ਮੁੱਢਲੇ ਜੀਵਨ ਤੇ ਇੱਕ ਪੰਛੀ ਝਾਤ ਮਾਰ ਲੈਂਦੇ ਹਾਂ। ਉਹਨਾਂ ਦਾ ਜਨਮ 26 ਦਸੰਬਰ 1899 ਨੂੰ ਸਰਦਾਰ ਟਹਿਲ ਸਿੰਘ ਜੀ ਦੇ ਘਰ ਮਾਲਵੇ ਦੇ ਸੁਨਾਮ ਨਾਮ ਦੇ ਕਸਬੇ ਵਿੱਚ ਹੋਇਆ ਸੀ। ਅੱਜ ਕੱਲ੍ਹ ਇਸ ਨੂੰ ਸੁਨਾਮ ਊਧਮ ਸਿੰਘ ਵਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਿਤਾ ਟਹਿਲ ਸਿੰਘ ਰੇਲਵੇ ਫਾਟਕ ਤੇ ਗਾਰਡ ਦੀ ਨੌਕਰੀ ਕਰਦੇ ਸਨ ਤੇ ਮਾਤਾ ਹਰਨਾਮ ਕੌਰ ਜੀ ਉਸ ਸਮੇਂ ਚੜ੍ਹਾਈ ਕਰ ਗਏ ਜਦੋਂ ਸਰਦਾਰ ਊਧਮ ਸਿੰਘ ਦੀ ਉਮਰ ਸਿਰਫ 3 ਸਾਲ ਦੀ ਸੀ। ਹੁਣ ਇਕੱਲੇ ਪਿਤਾ ਤੋਂ ਸਰਦਾਰ ਊਧਮ ਸਿੰਘ ਤੇ ਵੱਡੇ ਭਰਾ ਸਾਧੂ ਸਿੰਘ ਦੋਨਾਂ ਬੱਚਿਆਂ ਦੀ ਪਰਵਰਿਸ਼ ਕਰਨਾ ਬੜਾ ਔਖਾ ਸੀ। ਸੋ ਟਹਿਲ ਸਿੰਘ ਆਪਣੇ ਬੱਚਿਆਂ ਨਾਲ ਆਪਣੇ ਛੋਟੇ ਭਰਾ ਯਾਨੀ ਕਿ ਊਧਮ ਸਿੰਘ ਦੇ ਚਾਚੇ ਕੋਲ ਅੰਮ੍ਰਿਤਸਰ ਸ਼ਿਫਟ ਹੋ ਗਏ। ਹਜੇ ਅੰਮ੍ਰਿਤਸਰ ਦੇ ਨਵੇਂ ਮਾਹੌਲ ਵਿੱਚ ਪਰਿਵਾਰ ਚੰਗੀ ਤਰ੍ਹਾਂ ਸੈਟਲ ਵੀ ਨਹੀਂ ਹੋਇਆ ਸੀ ਕਿ ਊਧਮ ਸਿੰਘ ਦੇ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਹੁਣ ਦੋਹਾਂ ਬੱਚਿਆਂ ਦੀ ਜ਼ਿੰਮੇਵਾਰੀ ਚਾਚੇ ਤੇ ਆ ਗਈ ਜੋ ਕਿ ਆਪ ਹੀ ਬਹੁਤ ਗਰੀਬ ਸੀ ਤੇ ਘਰ ਦਾ ਖਰਚਾ ਮਸਾਂ ਚਲਾਉਂਦਾ ਸੀ। ਸੋ ਉਸਨੇ ਦੋਵਾਂ ਭਰਾਵਾਂ ਨੂੰ ਅੰਮ੍ਰਿਤਸਰ ਦੇ ਇੱਕ ਯਤੀਮਖਾਨੇ ਵਿੱਚ ਭਰਤੀ ਕਰਾਤਾ। ਇਸ ਯਤੀਮਖਾਨੇ ਦਾ ਨਾਮ ਸੀ ਚੀਫ ਖਾਲਸਾ ਦੀਵਾਨ ਜਿਸ ਨੂੰ ਸਰਦਾਰ ਵੀਰ ਸਿੰਘ ਜੀ ਦੀ ਟਰਸਟ ਚਲਾਉਂਦੀ ਸੀ। ਸਰਦਾਰ ਵੀਰ ਸਿੰਘ ਜੀ ਸਿੱਖੀਜ਼ਮ ਵਿੱਚ ਇੱਕ ਬੜਾ ਵੱਡਾ ਨਾਮ ਹੈ। ਉਹਨਾਂ ਵਰਗਾ ਗੁਰੂ ਘਰ ਦੀਆਂ ਸਿਫਤਾਂ ਲਿਖਣ ਵਾਲਾ ਲਿਖਾਰੀ ਸਿੱਖ ਕੌਮ ਸ਼ਾਇਦ ਹੀ ਦੁਬਾਰਾ ਕੋਈ ਪੈਦਾ ਕਰ ਸਕੇ। ਉਹਨਾਂ ਦੀ ਲਿਖੀ ਨੋਵਲ ਸੁੰਦਰੀ ਅੱਜ ਤੱਕ ਦੀ ਸਭ ਤੋਂ ਵੱਧ ਛਪੀ, ਵਿਕੀ ਤੇ ਪੜ੍ਹੀ ਜਾਣ ਵਾਲੀ ਸਿੱਖ ਨੋਵਲ ਹੈ ਜਿਸ ਨੂੰ ਪੜ੍ਹਨ ਮਾਤਰ ਨਾਲ ਹੀ ਲੋਕ ਪ੍ਰਭਾਵਿਤ ਹੋ ਕੇ ਸਿੱਖ ਧਰਮ ਵਿੱਚ ਆ ਜਾਂਦੇ ਹਨ। ਤੇ ਇਹੋ ਜਿਹੀ ਮਹਾਨ ਸ਼ਖਸੀਅਤ ਦੀ ਸੰਗਤ ਜਦੋਂ ਸਰਦਾਰ ਊਧਮ ਸਿੰਘ ਨੂੰ ਮਿਲੀ ਤਾਂ ਉਹਨਾਂ ਨੂੰ ਵੀ ਸਿੱਖੀ ਜਜ਼ਬੇ ਤੇ ਅਣਖਪੁਣੇ ਦੀ ਜਾਗ ਲੱਗ ਗਈ। ਹਜੇ ਊਧਮ ਸਿੰਘ ਦੀ ਉਮਰ ਮਸਾਂ 17 ਸਾਲ ਦੀ ਹੀ ਸੀ ਕਿ ਉਹਨਾਂ ਦਾ ਵੱਡਾ ਭਰਾ ਸਾਧੂ ਸਿੰਘ ਵੀ ਚੜ੍ਹਾਈ ਕਰ ਗਏ ਤੇ ਹੁਣ ਉਹ ਸੰਸਾਰ ਵਿੱਚ ਬਿਲਕੁਲ ਇਕੱਲੇ ਰਹਿ ਗਏ ਸਨ। ਤੇ 20 ਸਾਲ ਦੀ ਉਮਰ ਤੱਕ ਪਹੁੰਚਦੇ ਉਹਨਾਂ ਮਸਾਂ ਜੇ 10ਵੀਂ ਪਾਸ ਕੀਤੀ ਸੀ ਜਦੋਂ ਜਲਿਆਂਵਾਲਾ ਬਾਗ ਦਾ ਸਾਕਾ ਵਾਪਰਿਆ। ਇਸ ਸਾਕੇ ਤੋਂ ਬਾਅਦ ਉਹਨਾਂ ਨੇ ਯਤੀਮਖਾਨਾ ਛੱਡ ਦਿੱਤਾ ਤੇ ਆਜ਼ਾਦੀ ਦੇ ਲੜਾਕਿਆਂ ਨਾਲ ਰਲ ਗਏ। ਬਹੁਤ ਘੱਟ ਲੋਕੀ ਜਾਣਦੇ ਹਨ ਕਿ ਇੰਡੀਆ ਵਿੱਚ ਰਹਿੰਦਿਆਂ ਵੀ ਊਧਮ ਸਿੰਘ ਦਾ ਸੰਪਰਕ ਇੱਕ ਵੱਡੀ ਆਜ਼ਾਦੀ ਲਹਿਰ ਬੱਬਰ ਅਕਾਲੀ ਲਹਿਰ ਨਾਲ ਰਿਹਾ ਸੀ। ਇਹ ਬੱਬਰ ਅਕਾਲੀਆਂ ਦੀਆਂ ਮੀਟਿੰਗਾਂ ਵਿੱਚ ਜਾਂਦੇ ਹੀ ਰਹਿੰਦੇ ਸਨ। ਬੱਬਰਾਂ ਨਾਲ ਰਲ ਕੇ ਊਧਮ ਸਿੰਘ ਨੇ ਇੱਕ ਹੋਰ ਅਫਸਰ ਨੂੰ ਸੌਦਾ ਲਾਉਣ ਦਾ ਵੀ ਪਲਾਨ ਬਣਾਇਆ ਸੀ। ਖੈਰ ਉਹ ਇੱਕ ਅਲੱਗ ਟੌਪਿਕ ਹੈ ਜਿਸ ਨੂੰ ਆਪਾਂ ਨੈਕਸਟ ਵੀਡੀਓ ਵਿੱਚ ਕਵਰ ਕਰਾਂਗੇ।
ਇਸ ਤੋਂ ਬਾਅਦ 11,000 ਰੁਪਏ ਵਿੱਚ ਉਹਨਾਂ ਨੇ ਆਪਣਾ ਪੁਸ਼ਤੈਨੀ ਘਰ ਤੇ ਹਿੱਸਿਆਂ ਦੀ ਥੋੜੀ ਜਿਹੀ ਜ਼ਮੀਨ ਵੇਚ ਕੇ ਇੰਗਲੈਂਡ ਜਾਣ ਲਈ ਪੈਸੇ ਦਾ ਇੰਤਜ਼ਾਮ ਕੀਤਾ। ਪਹਿਲੀ ਵਾਰ ਊਧਮ ਸਿੰਘ ਅਫਰੀਕਾ ਹੁੰਦੇ ਹੋਏ ਇੰਗਲੈਂਡ ਪਹੁੰਚੇ ਸਨ, ਕਿਉਂਕਿ ਉਸ ਸਮੇਂ ਅਫਰੀਕਾ ਤੇ ਵੀ ਇੰਗਲੈਂਡ ਦਾ ਹੀ ਰਾਜ ਸੀ, ਪਰ ਉੱਥੇ ਅਜੇ ਗੋਰਿਆਂ ਦੇ ਸਿਸਟਮ ਬਿਲਡ ਕਰਨੇ ਬਾਕੀ ਸਨ। ਇਸ ਲਈ ਜੰਗਲ ਕੱਟਣ, ਨਵੀਆਂ ਰੇਲਵੇ ਲਾਈਨਾਂ ਵਿਛਾਉਣ, ਵੱਡੇ ਪੱਧਰ ਤੇ ਖੇਤੀ ਕਰਨ ਤੇ ਅਫਰੀਕਨਸ ਨੂੰ ਖੇਤੀ ਸਿਖਾਉਣ ਲਈ ਵੱਡੀ ਗਿਣਤੀ ਵਿੱਚ ਭਾਰਤ ਤੋਂ ਮਜ਼ਦੂਰਾਂ ਨੂੰ ਕੇਨੀਆ, ਯੂਗਾਂਡਾ ਤੇ ਹੋਰ ਅਫਰੀਕੀ ਦੇਸ਼ਾਂ ਵਿੱਚ ਲਿਜਾਇਆ ਜਾਂਦਾ ਸੀ। ਅਫਰੀਕਾ ਪਹੁੰਚ ਕੇ ਉਹਨਾਂ ਦਾ ਸੰਪਰਕ ਗਦਰ ਪਾਰਟੀ ਨਾਲ ਹੋਇਆ ਤੇ ਗਦਰ ਪਾਰਟੀ ਦੇ ਸੰਪਰਕ ਰਾਹੀਂ ਹੀ ਉਹ ਹਥਿਆਰ ਚਲਾਉਣ, ਭੇਸ ਬਦਲਣ ਆਦਿ ਦੀ ਟ੍ਰੇਨਿੰਗ ਲੈਣ ਮੈਕਸੀਕੋ ਰਾਹੀਂ ਅਮਰੀਕਾ ਚਲੇ ਗਏ। ਕੁਝ ਸਮਾਂ ਅਮਰੀਕਾ 'ਚ ਰਹਿਣ ਤੋਂ ਬਾਅਦ ਉਹ ਫਰਾਂਸ, ਬੈਲਜੀਅਮ, ਜਰਮਨੀ, ਲੁਥਾਨੀਆ ਹੋ ਕੇ ਇੰਗਲੈਂਡ ਪਹੁੰਚ ਗਏ ਤੇ ਅਗਲੇ 7 ਸਾਲ ਉਹਨਾਂ ਨੇ ਅੰਗਰੇਜ਼ੀ ਸਿਸਟਮ ਨੂੰ ਸਮਝਣ ਦੀ ਤੇ ਆਪਣੀ ਪਿਛਲੀ ਪਛਾਣ ਲੁਕੋ ਕੇ ਉੱਥੇ ਰਚਨ ਵਿਚਣ ਦੀ ਕੋਸ਼ਿਸ਼ ਕੀਤੀ। ਬ੍ਰਿਟਿਸ਼ ਇੰਟੈਲੀਜੈਂਸ ਦੀ ਰਿਪੋਰਟ ਅਨੁਸਾਰ ਊਧਮ ਸਿੰਘ ਉੱਥੇ ਫਰੈਂਕ ਬ੍ਰਾਜ਼ੀਲੀਅਨ, ਬਾਵਾ, US ਸਿੱਧੂ, ਮੁਹੰਮਦ ਆਜ਼ਾਦ ਵਰਗੇ 14 ਨਾਮਾਂ ਨਾਲ ਵੱਖ-ਵੱਖ ਜਗ੍ਹਾ ਤੇ ਪਛਾਣ ਬਦਲ ਕੇ ਰਹਿੰਦੇ ਰਹੇ। ਇਸ ਦੌਰਾਨ ਉਹਨਾਂ ਨੇ ਮਕੈਨਿਕ, ਕਾਰਪੈਂਟਰ, ਫੇਰੀ ਲਾ ਕੇ ਕੱਪੜੇ ਵੇਚਣ ਵਰਗੇ ਕਈ ਛੋਟੇ-ਛੋਟੇ ਕੰਮ ਕੀਤੇ। ਕਹਿੰਦੇ ਹਨ ਕਿ ਆਸਟ੍ਰੇਲੀਆ ਮਹਾਂਦੀਪ ਤੋਂ ਇਲਾਵਾ ਦੁਨੀਆ ਦਾ ਇਹੋ ਜਿਹਾ ਕੋਈ ਦੇਸ਼ ਨਹੀਂ ਸੀ ਜਿੱਥੇ ਊਧਮ ਸਿੰਘ ਨਾ ਗਿਆ ਹੋਵੇ। ਸ਼ੇਰ ਬੱਗਾ ਸਮੁੰਦਰੀ ਜਹਾਜ਼ ਤੋਂ ਲੈ ਕੇ ਹਵਾਈ ਜਹਾਜ਼ ਤੱਕ ਸਭ ਚੀਜ਼ਾਂ ਚਲਾਉਣ ਦਾ ਮਾਹਿਰ ਸੀ। ਉਹ ਹਥਿਆਰ ਤੇ ਕਰੰਸੀ ਨੋਟ ਆਪ ਬਣਾ ਲੈਂਦਾ ਸੀ। ਇੱਕ ਹੈਰਾਨ ਕਰ ਦੇਣ ਵਾਲਾ ਫੈਕਟ ਤੁਹਾਡੇ ਨਾਲ ਹੋਰ ਸਾਂਝਾ ਕਰ ਦੇਵਾਂ ਕਿ ਜਦੋਂ ਗੋਰਿਆਂ ਦੀਆਂ ਫਿਲਮਾਂ ਵਿੱਚ ਕੰਮ ਕਰਨ ਵਾਲੇ ਪੰਜਾਬੀਆਂ ਦੀ ਗੱਲ ਹੁੰਦੀ ਹੈ ਤਾਂ ਆਪਾਂ ਕਦੀ ਸਰਤਾਜ ਦਾ ਨਾਮ ਲੈਂਦੇ ਹਾਂ ਤੇ ਕਦੀ ਦਿਲਜੀਤ ਦਾ। ਪ੍ਰਿਯੰਕਾ ਚੋਪੜਾ ਵਰਗੀ ਵਿਸ਼ਵ ਸੁੰਦਰੀ ਤੇ ਬਾਲੀਵੁੱਡ ਦੀ ਟੌਪ ਐਕਟਰਸ ਨੂੰ ਵੀ ਹਾਲੀਵੁੱਡ 'ਚ ਜਗ੍ਹਾ ਬਣਾਉਣ ਲਈ ਕਿੰਨੇ ਪਾਪੜ ਵੇਲਣੇ ਪਏ, ਇਹ ਤਾਂ ਆਪਾਂ ਸਾਰੇ ਜਾਣਦੇ ਹਾਂ। ਪਰ ਜੇ ਗੱਲ ਕਰੀਏ ਗੋਰਿਆਂ ਦੀਆਂ ਫਿਲਮਾਂ 'ਚ ਕੰਮ ਕਰਨ ਵਾਲੇ ਪਹਿਲੇ ਇੰਡੀਅਨਸ ਦੀ, ਤਾਂ ਇਹ ਰਿਕਾਰਡ 1 ਸਦੀ ਪਹਿਲਾਂ ਹੀ ਸਰਦਾਰ ਊਧਮ ਸਿੰਘ ਨੇ ਆਪਣੇ ਨਾਮ ਕਰ ਲਿਆ ਸੀ। ਸਰਦਾਰ ਊਧਮ ਸਿੰਘ ਨੇ ਲੰਡਨ ਦੇ ਡੈਨਹਮ ਫਿਲਮ ਸਟੂਡੀਓ ਦੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ, ਜਿਨ੍ਹਾਂ 'ਚੋਂ 4 ਫਾਦਰਸ ਤੇ ਦ ਐਲੀਫੈਂਟ ਬॉय ਮੁੱਖ ਹਨ। ਮੂਵੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ। ਇਸ ਤੋਂ ਇਲਾਵਾ ਇਹਨਾਂ 7 ਸਾਲਾਂ ਵਿੱਚ ਸਰਦਾਰ ਊਧਮ ਸਿੰਘ ਨੇ ਜਰਮਨ ਤੇ ਰੂਸ ਦੀਆਂ ਸਰਕਾਰਾਂ ਨਾਲ ਵੀ ਭਾਰਤ ਦੀ ਆਜ਼ਾਦੀ ਲਈ ਗੁਪਤ ਸੰਬੰਧ ਬਣਾਏ ਸਨ। ਹਜੇ ਊਧਮ ਸਿੰਘ ਆਪਣੇ ਲਕਸ਼ ਵੱਲ ਅੱਗੇ ਵਧ ਹੀ ਰਹੇ ਸਨ ਕਿ ਉਹਨਾਂ ਨੂੰ ਸਰਦਾਰ ਭਗਤ ਸਿੰਘ ਦੇ ਦਲ ਵੱਲੋਂ ਇੰਡੀਆ ਤੋਂ ਇੱਕ ਤੋਂ ਬਾਅਦ ਇੱਕ ਕਈ ਲੈਟਰ ਮਿਲੇ ਤੇ ਉਹਨਾਂ ਨੂੰ ਇੰਗਲੈਂਡ ਤੋਂ ਵਾਪਸ ਇੰਡੀਆ ਆਉਣਾ ਪਿਆ। ਪਰ ਉਹ ਕਿਸ ਕਾਰਨ ਕਰਕੇ ਇੰਡੀਆ ਆਏ, ਇਸ ਗੱਲ ਦਾ ਖੁਲਾਸਾ ਅੱਜ ਤੱਕ ਨਹੀਂ ਹੋ ਪਾਇਆ ਹੈ। 27 ਜੁਲਾਈ 1927 ਨੂੰ ਇੰਡੀਆ ਆਉਣ ਦੇ ਲਗਭਗ 1 ਮਹੀਨੇ ਬਾਅਦ 30 ਅਗਸਤ 1927 ਨੂੰ ਉਹਨਾਂ ਨੂੰ ਨਜਾਇਜ਼ ਹਥਿਆਰਾਂ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਤੇ 5 ਸਾਲ ਲਈ ਅੰਦਰ ਕਰ ਦਿੱਤਾ ਗਿਆ। ਮੁਲਤਾਨ, ਪੇਸ਼ਾਵਰ ਤੇ ਰਾਵਲਪਿੰਡੀ ਵਰਗੀਆਂ ਜੇਲ੍ਹਾਂ 'ਚ 4 ਸਾਲ ਰਹਿਣ ਤੋਂ ਬਾਅਦ ਉਹਨਾਂ ਨੂੰ ਚੰਗੇ ਵਿਹਾਰ ਕਰਕੇ ਰਿਹਾ ਕਰ ਦਿੱਤਾ ਗਿਆ। ਕਿਉਂਕਿ ਪਿਛਲੀ ਪਛਾਣ ਸਰਕਾਰ ਦੀਆਂ ਨਜ਼ਰਾਂ 'ਚ ਆ ਚੁੱਕੀ ਸੀ, ਸੋ ਉਹਨਾਂ ਨੇ ਮੁਹੰਮਦ ਆਜ਼ਾਦ ਸਿੰਘ ਦੇ ਨਾਮ ਤੋਂ ਇੱਕ ਨਕਲੀ ਪਾਸਪੋਰਟ ਬਣਾਇਆ ਤੇ ਹੰਗਰੀ, ਪੋਲੈਂਡ, ਸਵਿਟਜ਼ਰਲੈਂਡ, ਇਟਲੀ ਤੇ ਫਰਾਂਸ ਦੇ ਰਾਹੀਂ ਵਾਪਸ ਇੰਗਲੈਂਡ ਆ ਗਏ। ਇੱਥੇ ਆ ਕੇ ਉਹਨਾਂ ਨੂੰ ਆਪਣੀ ਪਛਾਣ ਲੁਕਾਉਣ ਦਾ ਕੰਮ ਇੱਕ ਵਾਰ ਫਿਰ ਸਿਰੇ ਤੋਂ ਸ਼ੁਰੂ ਕਰਨਾ ਪਿਆ। ਨਾਲ ਹੀ ਉਹ ਆਪਣੇ ਨਿਸ਼ਾਨੇ ਦੇ ਅਫਸਰਾਂ ਦੀ ਟਰੈਕਿੰਗ ਕਰਦੇ ਰਹੇ। ਵੀਡੀਓ ਦਾ ਥੰਬਨੇਲ ਪੜ੍ਹਨ ਤੋਂ ਬਾਅਦ ਤੁਹਾਡੇ ਮਨ ਵਿੱਚ ਸਵਾਲ ਜ਼ਰੂਰ ਉੱਠੇ ਹੋਣੇ, ਪਰ ਇਹ ਗੱਲ ਬਿਲਕੁਲ ਸਹੀ ਹੈ। ਸਰਦਾਰ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਗੋਲੀ ਨਹੀਂ ਮਾਰੀ ਸੀ। ਅਸਲ ਵਿੱਚ ਜਲਿਆਂਵਾਲਾ ਬਾਗ ਹੱਤਿਆਕਾਂਡ ਦੇ ਬਾਅਦ ਜਨਰਲ ਡਾਇਰ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਆਖਿਰਕਾਰ ਹੰਟਰ ਕਮਿਸ਼ਨ ਨਾਮ ਦੀ ਕਮੇਟੀ ਨੂੰ ਇਸ ਮਾਮਲੇ ਦੀ ਇਨਕੁਆਇਰੀ ਲਈ ਚੁਣਿਆ ਗਿਆ। 1 ਮਹੀਨੇ ਬਾਅਦ ਕਮੇਟੀ ਦੀ ਰਿਪੋਰਟ ਆਈ, ਜਿਸ ਦੇ ਮੁਤਾਬਿਕ ਡਾਇਰ ਨੂੰ ਦੋਸ਼ੀ ਮੰਨਿਆ ਗਿਆ, ਪਰ ਡਾਇਰ ਨੂੰ ਕਾਨੂੰਨਾਂ ਤੋਂ ਬਾਹਰ ਜਾ ਕੇ ਇਹ ਸਭ ਕਰਨ ਦੀ ਛੂਟ ਦੇਣ ਵਾਲੇ ਗਵਰਨਰ ਮਾਈਕਲ ਐਡਵਾਇਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਪਰ ਆਪਣਾ ਖਾਸ ਬੰਦਾ ਹੋਣ ਕਰਕੇ ਐਡਵਾਇਰ ਨੇ ਡਾਇਰ ਦਾ ਪੱਖ ਪੂਰਿਆ ਤੇ ਕਿਹਾ ਕਿ ਜੇ ਇਹ ਗਲਤ ਹੈ ਤਾਂ ਮੈਂ ਵੀ ਓਨਾ ਹੀ ਕਸੂਰਵਾਰ ਹਾਂ। ਸਰ ਮਾਈਕਲ ਐਡਵਾਇਰ ਦੀ ਲੋਬੀ ਬੜੀ ਤਗੜੀ ਸੀ। ਉਸ ਦੀ ਪਹੁੰਚ ਸਿੱਧੀ ਇੰਗਲੈਂਡ ਦੀ ਸੰਸਦ ਤੱਕ ਸੀ। ਉਸ ਨੂੰ ਕੁਈਨ ਐਲਿਜ਼ਾਬੈਥ ਤੋਂ ਸਰ ਦੀ ਉਪਾਧੀ ਮਿਲੀ ਹੋਈ ਸੀ। ਉਹ ਜਾਣਦਾ ਸੀ ਕਿ 1000-1200 ਗੁਲਾਮਾਂ ਦੀ ਜ਼ਿੰਦਗੀ ਉਸ ਦੀ ਰੈਪੂਟੇਸ਼ਨ ਦੇ ਸਾਹਮਣੇ ਕੋਈ ਵੈਲਿਊ ਨਹੀਂ ਰੱਖਦੀ। ਈਵਨ ਉਸ ਨੂੰ ਕਸੂਰਵਾਰ ਠਹਿਰਾਉਣਾ ਕਮੇਟੀ ਦੀ ਪਹੁੰਚ ਤੋਂ ਵੀ ਬਾਹਰ ਸੀ ਤੇ ਉਸ ਨੂੰ ਪਤਾ ਸੀ ਕਿ ਉਸ ਦੀ ਸਪੋਰਟ ਨਾਲ ਡਾਇਰ ਵੀ ਬਚ ਜਾਊਗਾ। ਤੇ ਬਿਲਕੁਲ ਐਵੇਂ ਹੀ ਹੋਇਆ। ਬਸ ਡਾਇਰ ਦਾ ਡਿਮੋਸ਼ਨ ਕਰਕੇ ਉਸ ਨੂੰ ਵਾਪਸ ਇੰਗਲੈਂਡ ਭੇਜ ਦਿੱਤਾ ਗਿਆ, ਜਿੱਥੇ 63 ਸਾਲ ਦੀ ਉਮਰ ਵਿੱਚ ਬ੍ਰੇਨ ਹੈਮਰੇਜ ਨਾਲ ਉਸ ਦੀ ਮੌਤ ਹੋ ਗਈ। ਹਾਲਾਂਕਿ ਸਰਦਾਰ ਊਧਮ ਸਿੰਘ ਦਾ ਨਿਸ਼ਾਨਾ ਇਹ ਦੋਵੇਂ ਅਫਸਰ ਸਨ, ਪਰ ਜਨਰਲ ਡਾਇਰ ਦੀ ਮੌਤ ਬਿਲਕੁਲ ਕੁਦਰਤੀ ਸੀ। ਜਿਸ ਅਫਸਰ ਨੂੰ ਸਰਦਾਰ ਊਧਮ ਸਿੰਘ ਨੇ ਸੌਦਾ ਲਾਇਆ ਸੀ, ਉਹ ਸੀ ਪੰਜਾਬ ਦਾ ਐਕਸ ਗਵਰਨਰ ਮਾਈਕਲ ਐਡਵਾਇਰ। ਮੈਨੂੰ ਪਤਾ ਹੈ ਕਿ ਇਹ ਗੱਲ ਕਈ ਵਿਊਅਰਸ ਨੇ ਨਹੀਂ ਮੰਨਣੀ। ਕਮੈਂਟ ਬਾਕਸ ਵਿੱਚ ਪੁੱਠੇ ਸਿੱਧੇ ਕਮੈਂਟਾਂ ਦੀ ਝੜੀ ਲੱਗ ਜਾਊਗੀ, ਪਰ ਇਤਿਹਾਸ ਨੂੰ ਲੁਕਾਉਣਾ ਬੇਈਮਾਨ ਬੰਦੇ ਦਾ ਕੰਮ ਹੁੰਦਾ ਹੈ। ਤੁਹਾਡੇ ਸਭ ਦੇ ਵਿਊਜ਼ ਮੇਰੇ ਲਈ ਸਿਰ ਮੱਥੇ ਪ੍ਰਵਾਨ, ਬਟ ਕੁਝ ਵੀ ਲਿਖਣ ਤੋਂ ਪਹਿਲਾਂ ਇੱਕ ਵਾਰ ਗੂਗਲ 'ਤੇ ਸਰਚ ਕਰਕੇ ਜ਼ਰੂਰ ਦੇਖ ਲਿਓ। ਤੁਸੀਂ ਜਿੰਨੇ ਚਾਹੋਗੇ ਇਸ ਗੱਲ ਦੀ ਗਵਾਹੀ ਭਰਨ ਵਾਲੇ ਉਨੇ ਸਰੋਤ ਤੁਹਾਨੂੰ ਗੂਗਲ 'ਤੇ ਮਿਲ ਜਾਣਗੇ। ਕੁਝ ਸਰੋਤ ਮੈਂ ਵੀ ਡਿਸਕ੍ਰਿਪਸ਼ਨ ਵਿੱਚ ਦੇ ਦਊਂਗਾ, ਤੁਸੀਂ ਚੈੱਕ ਕਰ ਸਕਦੇ ਹੋ। ਆਖਿਰਕਾਰ ਉਹ ਮੌਕਾ ਆ ਗਿਆ ਸੀ ਜਿਸ ਦੀ ਉਡੀਕ ਊਧਮ ਸਿੰਘ ਪਿਛਲੇ 21 ਸਾਲਾਂ ਤੋਂ ਕਰ ਰਹੇ ਸਨ। ਇੱਕ ਦਿਨ ਉਹਨਾਂ ਨੂੰ ਆਪਣੇ ਸਰੋਤਾਂ ਤੋਂ ਪਤਾ ਲੱਗਿਆ ਕਿ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਇੰਡੋ ਇੰਡੀਅਨ ਐਸੋਸੀਏਸ਼ਨ ਵੱਲੋਂ ਇੱਕ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਐਡਵਾਇਰ ਨੇ ਵੀ ਆਉਣਾ ਸੀ। ਦਰਅਸਲ 1939 ਤੋਂ ਲੈ ਕੇ 1945 ਤੱਕ ਦੂਜੀ ਵਰਲਡ ਵਾਰ ਚੱਲ ਰਹੀ ਸੀ
ਤੇ ਇਸ ਮੀਟਿੰਗ ਦਾ ਮਕਸਦ ਇੰਡੀਅਨਸ ਨੂੰ ਇਸ ਜੰਗ ਵਿੱਚ ਹਿੱਸਾ ਲੈਣ ਲਈ ਉਤਸ਼ਾਹਣਾ ਸੀ। ਉਸ ਦਿਨ ਊਧਮ ਸਿੰਘ ਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ। ਉਹ ਬਹੁਤ ਖੁਸ਼ ਸੀ। ਉਸ ਨੂੰ ਆਪਣੇ 21 ਸਾਲਾਂ ਦੀ ਤਪੱਸਿਆ ਦਾ ਫਲ ਮਿਲਣ ਵਾਲਾ ਸੀ। ਪਰ ਇਸ ਦੌਰਾਨ ਇੱਕ ਹੋਰ ਘਟਨਾ ਵਾਪਰੀ। ਕਿਉਂਕਿ ਵਰਲਡ ਵਾਰ ਚੱਲ ਰਿਹਾ ਸੀ, 3 ਅਪ੍ਰੈਲ ਦੀ ਸਵੇਰੇ ਹਿਟਲਰ ਦੀਆਂ ਲਗਭਗ 125 ਜੰਗੀ ਹਵਾਈ ਜਹਾਜ਼ਾਂ ਨੇ ਲੰਡਨ ਤੇ ਹਮਲਾ ਕਰਕੇ ਤਬਾਹੀ ਮਚਾ ਦਿੱਤੀ। ਲਗਭਗ ਅੱਧਾ ਸ਼ਹਿਰ ਤਬਾਹ ਹੋ ਗਿਆ, ਸੈਂਕੜੇ ਲੋਕ ਮਾਰੇ ਗਏ। ਇਸ ਹਮਲੇ ਨੇ ਸਰਦਾਰ ਊਧਮ ਸਿੰਘ ਦੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਉਡਾ ਦਿੱਤਾ। ਉਸ ਦਿਨ ਤੋਂ ਹਰ ਰੋਜ਼ ਸਵੇਰੇ ਸ਼ਾਮ ਲੰਡਨ ਦੇ ਸ਼ੈਫਰਡ ਬੁਸ਼ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦੇ ਸਨ ਕਿ ਹੇ ਸੱਚੇ ਪਿਤਾ ਪਰਮਾਤਮਾ, ਡਾਇਰ ਤਾਂ ਪਹਿਲਾਂ ਹੀ ਮਰ ਚੁੱਕਿਆ ਹੈ ਤੇ ਜੇ ਇਹਨਾਂ ਹਮਲਿਆਂ ਵਿੱਚ ਐਡਵਾਇਰ ਨੂੰ ਵੀ ਕੁਝ ਹੋ ਗਿਆ ਤਾਂ ਮੇਰੀ 21 ਸਾਲਾਂ ਦੀ ਤਪੱਸਿਆ ਬਰਬਾਦ ਹੋ ਜਾਊਗੀ। ਸੋ ਵਾਹਿਗੁਰੂ ਜੀ ਨੇ ਅਰਦਾਸ ਸੁਣੀ ਤੇ 13 ਅਪ੍ਰੈਲ ਦਾ ਦਿਨ ਆਇਆ। ਭੀੜ ਵਿੱਚ ਖੜਾ ਇਹ ਸੂਰਮਾ ਆਪਣੇ ਸ਼ਿਕਾਰ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਜਦੋਂ ਐਡਵਾਇਰ ਨੇ ਸਟੇਜ ਤੇ ਆ ਕੇ ਬੋਲਣਾ ਸ਼ੁਰੂ ਕੀਤਾ ਤਾਂ ਇਹ ਸਿੰਘ ਸੂਰਮਾ ਭੀੜ ਨੂੰ ਚੀਰਦਾ ਹੋਇਆ ਸਾਹਮਣੇ ਆਇਆ ਤੇ ਆਪਣੇ ਓਵਰਕੋਟ 'ਚੋਂ ਰਿਵੋਲਵਰ ਕੱਢ ਕੇ 2 ਗੋਲੀਆਂ ਐਡਵਾਇਰ ਦੀ ਹਿੱਕ ਵਿੱਚੋਂ ਪਾਰ ਕਰ ਦਿੱਤੀਆਂ। ਐਡਵਾਇਰ ਥਾਂ ਤੇ ਹੀ ਢੇਰ ਹੋ ਗਿਆ। ਉਸ ਦਾ ਬਚਾਅ ਕਰਨ ਆਏ 2 ਬੋਡੀਗਾਰਡਸ ਨੂੰ ਵੀ ਗੋਲੀਆਂ ਲੱਗੀਆਂ ਸਨ। ਸਰਦਾਰ ਊਧਮ ਸਿੰਘ ਉੱਥੋਂ ਭੱਜੇ ਨਹੀਂ, ਆਪ ਗ੍ਰਿਫਤਾਰੀ ਦੇ ਦਿੱਤੀ। ਮਾਮਲਾ ਕੋਰਟ ਤੱਕ ਪਹੁੰਚਿਆ। ਵਕੀਲਾਂ ਨੇ ਸਲਾਹ ਦਿੱਤੀ ਕਿ ਜੇ ਤੁਸੀਂ ਬਿਆਨ ਦੇ ਦਿਓ ਕਿ ਮੇਰੀ ਦਿਮਾਗੀ ਹਾਲਤ ਠੀਕ ਨਹੀਂ ਸੀ ਤਾਂ ਤੁਹਾਨੂੰ ਬਚਾਇਆ ਜਾ ਸਕਦਾ ਹੈ। ਪਰ ਊਧਮ ਸਿੰਘ ਆਪਣੇ ਸਟੈਂਡ ਤੇ ਕਾਇਮ ਰਹੇ। ਉਹਨਾਂ ਨੇ ਕਿਹਾ ਕਿ ਮੈਂ ਪੂਰੇ ਹੋਸ਼ੋ ਹਵਾਸ ਵਿੱਚ ਪੂਰੀ ਪਲੈਨਿੰਗ ਨਾਲ ਜ਼ਿਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ ਲਿਆ ਹੈ। ਉਹਨਾਂ ਦੀ ਰੋਸ਼ਨ ਦਿਮਾਗੀ ਦਾ ਅੰਦਾਜ਼ਾ ਸਿਰਫ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਪੂਰੀ ਦੁਨੀਆ 'ਚ ਕ੍ਰਾਂਤੀਕਾਰੀਆਂ ਨਾਲ ਸੰਬੰਧ ਸਨ। ਚਿੱਠੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ। ਪਰ ਜਦੋਂ ਵਾਰਦਾਤ ਦੇ ਸਿਰਫ 1 ਘੰਟੇ ਬਾਅਦ ਹੀ ਉਹਨਾਂ ਦੇ ਘਰ ਛਾਪਾ ਮਾਰਿਆ ਗਿਆ ਤਾਂ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ। ਆਖਿਰਕਾਰ ਪੁਲਿਸ ਨੂੰ ਇਹੀ ਮੰਨਣਾ ਪਿਆ ਕਿ ਸਾਰੀ ਪਲਾਨਿੰਗ ਊਧਮ ਸਿੰਘ ਨੇ ਇਕੱਲਿਆਂ ਹੀ ਕੀਤੀ ਹੈ। ਜੇਲ੍ਹ ਵਿੱਚ ਰਹਿੰਦਿਆਂ ਵੀ ਊਧਮ ਸਿੰਘ ਨੇ ਕਿਸੇ ਨਾ ਕਿਸੇ ਬਹਾਨੇ ਆਪਣੀ ਆਜ਼ਾਦੀ ਦੀ ਲੜਾਈ ਨੂੰ ਜਾਰੀ ਰੱਖਿਆ। ਸਰਦਾਰ ਭਗਤ ਸਿੰਘ ਦੀ ਤਰ੍ਹਾਂ ਉਹਨਾਂ ਨੇ ਵੀ ਜੇਲ੍ਹ ਵਿੱਚ ਚੰਗੀਆਂ ਸੁਵਿਧਾਵਾਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜੋ 42 ਦਿਨ ਤੱਕ ਚੱਲੀ। 42ਵੇਂ ਦਿਨ ਉਹਨਾਂ ਨੂੰ ਬੇਹੋਸ਼ ਕਰਕੇ ਪਾਈਪ ਦੇ ਰਾਹੀਂ ਉਹਨਾਂ ਦੇ ਢਿੱਡ ਵਿੱਚ ਦੁੱਧ ਪਾ ਕੇ ਭੁੱਖ ਹੜਤਾਲ ਨੂੰ ਤੋੜਿਆ ਗਿਆ ਤੇ ਆਖਿਰਕਾਰ 31 ਜੁਲਾਈ 1940 ਨੂੰ ਸਿੱਖ ਕੌਮ ਦੇ ਇਸ ਮਹਾਨ ਸੂਰਮੇ ਸਰਦਾਰ ਊਧਮ ਸਿੰਘ ਜੰਮੂ ਨੂੰ ਫਾਂਸੀ ਦੇ ਤਖਤੇ ਤੇ ਝੁਲਾ ਕੇ ਸ਼ਹੀਦ ਕਰ ਦਿੱਤਾ ਗਿਆ। ਇੱਕ ਗੱਲ ਦੱਸਣੀ ਰਹਿ ਗਈ ਕਿ ਊਧਮ ਸਿੰਘ ਸਿੱਖਾਂ ਦੀ ਕਮੋਜ ਬਰਾਦਰੀ 'ਚ ਆਉਂਦੇ ਸਨ। ਜੰਮੂ ਉਹਨਾਂ ਦੀ ਗੋਦ ਸੀ, ਨਾ ਕਿ ਕਿਸੇ ਜਗ੍ਹਾ ਦਾ ਨਾਮ। ਵੈਸੇ ਸ਼ਹੀਦ ਸਾਰੀਆਂ ਕੌਮਾਂ ਦੇ ਸਭ ਧਰਮਾਂ ਦੇ ਸਾਂਝੇ ਹੁੰਦੇ ਹਨ, ਪਰ ਫਿਰ ਵੀ ਐਜ਼ ਏ ਇਨਫੋਰਮੇਸ਼ਨ ਇਹ ਦੱਸਣਾ ਬਣਦਾ ਸੀ ਕਿਉਂਕਿ ਕੁਝ ਲੋਕਾਂ ਨੂੰ ਭੁਲੇਖਾ ਰਹਿ ਜਾਂਦਾ ਹੈ ਕਿ ਜੰਮੂ ਤਾਂ ਉਹ ਕਦੀ ਗਏ ਹੀ ਨਹੀਂ, ਫਿਰ ਉਹਨਾਂ ਦੇ ਨਾਮ ਦੇ ਪਿੱਛੇ ਜੰਮੂ ਕਿਉਂ ਲੱਗਦਾ ਹੈ। ਐਡਵਾਇਰ ਦੇ ਗੋਲੀ ਵੱਜਣ ਦੀ ਘਟਨਾ ਤੇ ਕਈ ਵੱਡੇ ਨੇਤਿਆਂ ਦੇ ਮੂਰਖਤਾ ਭਰੇ ਬਿਆਨ ਸਾਹਮਣੇ ਆਏ ਸਨ। ਮੋਹਨਦਾਸ ਗਾਂਧੀ ਨੇ ਬਿਆਨ ਦਿੱਤਾ ਸੀ ਕਿ ਮੈਨੂੰ ਇਸ ਮੂਰਖਤਾ ਭਰੇ ਕੰਮ ਤੇ ਗਹਿਰਾ ਖੇਦ ਹੈ ਤੇ ਡਾਇਰ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਉਮੀਦ ਹੈ ਕਿ ਇਸ ਕਾਂਡ ਦਾ ਭਾਰਤ ਤੇ ਬ੍ਰਿਟੇਨ ਦੇ ਰਿਸ਼ਤਿਆਂ ਤੇ ਕੋਈ ਖਾਸ ਅਸਰ ਨਹੀਂ ਪਊਗਾ। ਨਹਿਰੂ ਨੇ ਬਿਆਨ ਦਿੱਤਾ ਸੀ ਕਿ ਮੈਨੂੰ ਇਸ ਕੰਮ ਦਾ ਵੱਡੇ ਪੱਧਰ ਤੇ ਪਛਤਾਵਾ ਹੈ। ਉਮੀਦ ਕਰਦਾ ਹਾਂ ਕਿ ਇਹ ਮੂਰਖਤਾ ਭਰਿਆ ਕੰਮ ਭਾਰਤ ਦੀ ਰਾਜਨੀਤੀ ਤੇ ਕੋਈ ਵੱਡਾ ਪ੍ਰਭਾਵ ਨਹੀਂ ਛੱਡ ਪਾਊਗਾ। ਹੈਰਾਨੀ ਦੀ ਗੱਲ ਹੈ ਕਿ ਇਹ ਬਿਆਨ ਅਹਿੰਸਾ ਦਾ ਢੋਂਗ ਕਰਨ ਵਾਲੇ ਉਹਨਾਂ ਨੇਤਿਆਂ ਨੇ ਦਿੱਤੇ ਸਨ ਜਿਨ੍ਹਾਂ ਭਾਰਤ ਦੇ ਲੋਕਾਂ ਨੂੰ ਦੋਵੇਂ ਵਿਸ਼ਵ ਜੰਗਾਂ ਲਈ ਇੰਗਲੈਂਡ ਦੀ ਫੌਜ ਵਿੱਚ ਭਰਤੀ ਹੋਣ ਲਈ ਭਰਮਿਤ ਕੀਤਾ ਸੀ ਤੇ ਉਹਨਾਂ ਦੀ ਇਸ ਮੂਰਖਤਾ ਨੇ ਦੇਸ਼ ਦੇ ਲੱਖਾਂ ਪੁੱਤ ਜੰਗਾਂ ਵਿੱਚ ਮਰਵਾ ਦਿੱਤੇ ਸਨ। ਵੀਡੀਓ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਡੇਲੀ ਦੇ ਸਿੱਖ ਇਤਿਹਾਸ ਦੀ ਜਾਣਕਾਰੀ ਲਈ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕਰ ਸਕਦੇ ਹੋ। ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ।